ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੀਵੀ ਸਿੱਖਿਆ ਸੈਂਟਰ 'ਤੇ। ਅੱਜ ਅਸੀਂ ਪੰਜਾਬ ਜੀਕੇ ਵਿੱਚ ਪੰਜਾਬ ਹਿਸਟਰੀ ਦੇ ਟੋਪ 30 MCQs ਕਰਾਂਗੇ। ਇਹ ਜੋ ਮੈਂ ਤੁਹਾਨੂੰ 30 ਪ੍ਰਸ਼ਨ ਕਰਾਵਾਂਗਾ, ਇਹ ਉਹ ਅਤੀ ਮਹੱਤਵਪੂਰਨ ਪ੍ਰਸ਼ਨ ਹਨ ਜੋ ਬਾਰ-ਬਾਰ ਪੇਪਰਾਂ ਵਿੱਚ ਪੁੱਛੇ ਜਾਂਦੇ ਹਨ। ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਪ੍ਰਸ਼ਨ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ, ਤਾਂ ਤੁਸੀਂ ਇਸ ਕਲਾਸ ਨੂੰ ਧਿਆਨ ਨਾਲ ਦੇਖਣਾ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਲਾਸ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਹੁਣ ਤੱਕ ਪੀਵੀ ਸਿੱਖਿਆ ਸੈਂਟਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਤਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਲਾਸ। ਪਹਿਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਕਿ 1716 ਈਸਵੀ ਵਿੱਚ ਪੰਜਾਬ ਦਾ ਸੂਬੇਦਾਰ ਕੌਣ ਸੀ। ਠੀਕ ਹੈ ਜੀ, ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 1 ਅਬਦੁਲ ਸਮਦ ਖਾਂ। ਅਬਦੁਲ ਸਮਦ ਖਾਂ 1716 ਈਸਵੀ ਵਿੱਚ ਪੰਜਾਬ ਦਾ ਸੂਬੇਦਾਰ ਸੀ। ਸਾਨੂੰ ਪਤਾ ਹੈ ਕਿ ਅਬਦੁਲ ਸਮਦ ਖਾਂ ਨੇ 1715 ਈਸਵੀ ਵਿੱਚ ਬੰਦਾ ਬਹਾਦਰ ਨੂੰ ਗੁਰਦਾਸਨਗਰ ਦੀ ਲੜਾਈ ਵਿੱਚ ਹਰਾ ਦਿੱਤਾ ਸੀ, ਜੋ ਕਿ ਬੰਦਾ ਬਹਾਦਰ ਦੀ ਆਖਰੀ ਲੜਾਈ ਸੀ। ਠੀਕ ਹੈ ਜੀ, ਤੁਸੀਂ ਧਿਆਨ ਰੱਖਣਾ 1715 ਈਸਵੀ ਵਿੱਚ ਅਬਦੁਲ ਸਮਦ ਖਾਂ ਨੇ ਬੰਦਾ ਬਹਾਦਰ ਨੂੰ ਹਰਾਇਆ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਕਿ ਫਰੁਖਸੀਅਰ ਨੇ ਅਬਦੁਲ ਸਮਦ ਖਾਂ ਨੂੰ ਕਿਸ ਖਿਤਾਬ ਨਾਲ ਨਵਾਜਿਆ ਸੀ। ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 2 ਰਾਜ ਦੀ ਤਲਵਾਰ। ਜਦੋਂ ਅਬਦੁਲ ਸਮਦ ਖਾਂ ਨੇ 1715 ਈਸਵੀ ਵਿੱਚ ਗੁਰਦਾਸਨਗਰ ਦੀ ਲੜਾਈ ਵਿੱਚ ਬੰਦਾ ਬਹਾਦਰ ਨੂੰ ਹਰਾ ਦਿੱਤਾ ਤਾਂ ਸਿੱਖਾਂ ਦੀ ਇਹ ਹਾਰ ਦੇਖ ਕੇ ਜੋ ਫਰੁਖਸੀਅਰ ਸੀ ਉਸਨੇ ਅਬਦੁਲ ਸਮਦ ਖਾਂ ਨੂੰ ਰਾਜ ਦੀ ਤਲਵਾਰ ਦੇ ਖਿਤਾਬ ਵਜੋਂ ਨਵਾਜਿਆ ਸੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਬੰਦੀ ਖਾਲਸਾ ਅਤੇ ਤੱਤ ਖਾਲਸਾ ਵਿਚਾਲੇ ਸਮਝੌਤਾ ਕਦੋਂ ਹੋਇਆ। ਠੀਕ ਹੈ ਜੀ, ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 3 1721 ਈਸਵੀ ਵਿੱਚ। ਬੰਦੀ ਖਾਲਸਾ ਅਤੇ ਤੱਤ ਖਾਲਸਾ ਕੀ ਹਨ, ਤਾਂ ਇਸ ਦੀ ਗੱਲ ਕਰੀਏ ਬੰਦੀ ਖਾਲਸਾ ਦੀ, ਜਦੋਂ 1716 ਈਸਵੀ ਵਿੱਚ ਬੰਦਾ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ 1716 ਤੋਂ ਬਾਅਦ ਜੋ ਸਿੱਖ ਸਨ ਉਹ ਦੋ ਸੰਪਰਦਾਇਆਂ ਵਿੱਚ ਵੰਡੇ ਗਏ, ਬੰਦੀ ਖਾਲਸਾ ਅਤੇ ਤੱਤ ਖਾਲਸਾ। ਜੋ ਬੰਦਾ ਬਹਾਦਰ ਦੇ ਅਸੂਲਾਂ ਨੂੰ ਮੰਨਦੇ ਸਨ ਉਹ ਬੰਦੀ ਖਾਲਸਾ ਵਿੱਚ ਸ਼ਾਮਲ ਸਨ, ਅਤੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਨੂੰ ਮੰਨਦੇ ਸਨ ਉਹ ਤੱਤ ਖਾਲਸਾ ਵਿੱਚ ਸ਼ਾਮਲ ਸਨ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, 1716 ਈਸਵੀ ਤੋਂ ਬਾਅਦ ਇਹ ਦੋ ਸੰਪਰਦਾਇਆਂ ਵਿੱਚ ਸਿੱਖ ਵੰਡੇ ਗਏ ਸਨ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਚ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਬੰਦੀ ਖਾਲਸਾ ਅਤੇ ਤੱਤ ਖਾਲਸਾ ਵਿਚਾਲੇ ਸਮਝੌਤਾ ਕਿਸ ਨੇ ਕਰਵਾਇਆ। ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 3 ਭਾਈ ਮਨੀ ਸਿੰਘ ਜੀ ਨੇ। ਭਾਈ ਮਨੀ ਸਿੰਘ ਜੀ ਨੇ ਬੰਦੀ ਖਾਲਸਾ ਅਤੇ ਤੱਤ ਖਾਲਸਾ ਵਿਚਕਾਰ ਸਮਝੌਤਾ ਕਰਾਇਆ ਸੀ। ਬੰਦੀ ਖਾਲਸਾ ਅਤੇ ਤੱਤ ਖਾਲਸਾ ਵਿਚਕਾਰ ਬਹੁਤ ਸਾਰੇ ਮਤਭੇਦ ਹੋਣ ਕਾਰਨ ਅਕਸਰ ਹੀ ਝਗੜਾ ਰਹਿੰਦਾ ਸੀ। ਭਾਈ ਮਨੀ ਸਿੰਘ ਜੀ ਸਨ, ਉਹਨਾਂ ਨੇ ਬੰਦੀ ਖਾਲਸਾ ਅਤੇ ਤੱਤ ਖਾਲਸਾ ਵਿਚਾਲੇ ਸਮਝੌਤਾ ਕਰਵਾਇਆ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਅਗਲੇ ਪ੍ਰਸ਼ਨ 'ਤੇ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਜ਼ਕਰੀਆ ਖਾਂ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ। ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 3 1726 ਈਸਵੀ ਵਿੱਚ। ਜ਼ਕਰੀਆ ਖਾਂ 1726 ਈਸਵੀ ਵਿੱਚ ਪੰਜਾਬ ਦਾ ਸੂਬੇਦਾਰ ਬਣਿਆ। ਕਦੋਂ ਤੱਕ ਰਿਹਾ, ਤਾਂ 1726 ਈਸਵੀ ਵਿੱਚ ਜ਼ਕਰੀਆ ਖਾਂ ਪੰਜਾਬ ਦਾ ਸੂਬੇਦਾਰ ਬਣਿਆ ਅਤੇ 1726 ਤੋਂ ਲੈ ਕੇ 1745 ਈਸਵੀ ਤੱਕ ਉਹ ਪੰਜਾਬ ਦਾ ਸੂਬੇਦਾਰ ਰਿਹਾ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਹੈਦਰੀ ਝੰਡੇ ਦੀ ਘਟਨਾ। ਹੈਦਰੀ ਝੰਡੇ ਦੀ ਘਟਨਾ ਕਿਸ ਦੇ ਸ਼ਾਸਨ ਕਾਲ ਵਿੱਚ ਹੋਈ। ਤਾਂ ਇਸਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 4 ਜ਼ਕਰੀਆ ਖਾਨ ਦੇ ਸ਼ਾਸਨ ਵਿੱਚ ਹੈਦਰੀ ਝੰਡੇ ਦੀ ਘਟਨਾ ਹੋਈ ਸੀ। ਠੀਕ ਹੈ ਜੀ, ਹੁਣ ਆਪਾਂ ਵਧਦੇ ਹਾਂ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਸਿੱਖਾਂ ਅਤੇ ਮੁਗਲਾਂ ਵਿਚਾਲੇ ਸਮਝੌਤਾ ਕਦੋਂ ਹੋਇਆ। ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 3 1733 ਈਸਵੀ ਵਿੱਚ ਸਿੱਖਾਂ ਅਤੇ ਮੁਗਲਾਂ ਵਿਚਕਾਰ ਸਮਝੌਤਾ ਹੋਇਆ। ਠੀਕ ਹੈ ਜੀ, ਇਹ ਸਮਝੌਤਾ ਕੀ ਸੀ। ਇਸ ਦੇ ਅਨੁਸਾਰ ਸਿੱਖ ਹਰ ਸਾਲ ਸਾਲਾਨਾ 1 ਲੱਖ ਦੀ ਜਾਗੀਰ ਮੁਗਲਾਂ ਨੂੰ ਦੇਣਗੇ। ਠੀਕ ਹੈ ਜੀ, ਇਸ ਤੋਂ ਇਲਾਵਾ ਹੋਰ ਸਮਝੌਤਾ ਕੀ ਸੀ ਕਿ ਸਿੱਖ ਜੋ ਕਪੂਰ ਸਿੰਘ ਸੀ ਉਹਨਾਂ ਨੂੰ ਨਵਾਬ ਦੀ ਉਪਾਧੀ ਦਿੱਤੀ ਗਈ। ਕਿਹਨੇ ਦਿੱਤੀ ਸੀ, ਤਾਂ ਜ਼ਕਰੀਆ ਖਾਨ ਨੇ ਇਹ ਉਪਾਧੀ ਦਿੱਤੀ ਸੀ ਨਵਾਬ ਦੀ। ਕਿ ਜੋ ਇਹ ਸਮਝੌਤਾ ਹੋਇਆ ਸੀ ਇਸ ਵਿੱਚ ਇਹ ਉਪਾਧੀ ਨਵਾਬ ਨੂੰ ਦਿੱਤੀ। ਇਹ ਉਪਾਧੀ ਜੋ ਸੀ ਇਹ ਕਪੂਰ ਸਿੰਘ ਨੂੰ ਦਿੱਤੀ ਗਈ ਸੀ, ਇਸ ਲਈ ਕਪੂਰ ਸਿੰਘ ਨੂੰ ਨਵਾਬ ਕਪੂਰ ਸਿੰਘ ਕਿਹਾ ਜਾਂਦਾ ਹੈ। ਠੀਕ ਹੈ ਜੀ, ਨਵਾਬ ਕਪੂਰ ਸਿੰਘ ਕੌਣ ਸਨ, ਤਾਂ ਮੈਂ ਤੁਹਾਨੂੰ ਅਗਲੇ ਪ੍ਰਸ਼ਨ ਵਿੱਚ ਦੱਸਦਾ ਹਾਂ ਉਹਨਾਂ ਬਾਰੇ। ਅਗਲਾ ਪ੍ਰਸ਼ਨ ਕੀ ਹੈ ਸਾਡੇ ਕੋਲ ਕਿ ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ। ਠੀਕ ਹੈ ਜੀ, ਤਾਂ ਇਹਦਾ ਸਹੀ ਆਨਸਰ ਹੋਵੇਗਾ 1734 ਈਸਵੀ ਵਿੱਚ। ਜਦੋਂ 1733 ਈਸਵੀ ਵਿੱਚ
ਸਿੱਖਾਂ ਅਤੇ ਮੁਗਲਾਂ ਵਿਚਕਾਰ ਸਮਝੌਤਾ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ 1733 ਤੋਂ 1 ਸਾਲ ਬਾਅਦ ਯਾਨੀ ਕਿ 1734 ਈਸਵੀ ਵਿੱਚ ਜੋ ਨਵਾਬ ਕਪੂਰ ਸਿੰਘ ਸਨ, ਜਿਨ੍ਹਾਂ ਨੂੰ ਜ਼ਕਰੀਆ ਖਾਨ ਨੇ ਨਵਾਬ ਦੀ ਉਪਾਧੀ ਦਿੱਤੀ ਸੀ, ਉਹਨਾਂ ਨੇ ਸਿੱਖਾਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿਚਕਾਰ ਵੰਡ ਦਿੱਤਾ ਸੀ। ਇਹ ਬੁੱਢਾ ਦਲ ਅਤੇ ਤਰੁਣਾ ਦਲ ਕੀ ਸਨ? ਬੁੱਢਾ ਦਲ ਵਿੱਚ ਉਹ ਸਿੱਖ ਸ਼ਾਮਲ ਸਨ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਸੀ, ਅਤੇ ਤਰੁਣਾ ਦਲ ਵਿੱਚ ਉਹ ਸਿੱਖ ਸ਼ਾਮਲ ਸਨ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਸੀ। ਠੀਕ ਹੈ ਜੀ। ਅਤੇ ਜਿਨ੍ਹਾਂ ਦੀ 40 ਸਾਲ ਤੋਂ ਵੱਧ ਸੀ ਉਹ ਸੀ ਬੁੱਢਾ ਦਲ ਵਿੱਚ, ਜਿਨ੍ਹਾਂ ਦੀ ਘੱਟ ਸੀ ਉਹ ਸੀ ਤਰੁਣਾ ਦਲ ਵਿੱਚ। ਠੀਕ ਹੈ ਜੀ। ਹੁਣ ਆਪਾਂ ਵੱਧਦੇ ਹਾਂ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਿਸ ਨੇ ਕੀਤਾ ਸੀ? ਤਾਂ ਸਾਨੂੰ ਪਤਾ ਹੈ ਨਵਾਬ ਕਪੂਰ ਸਿੰਘ ਨੇ ਕੀਤਾ ਸੀ। ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਕਿਸ ਨੇ ਦਿੱਤੀ ਸੀ? ਤਾਂ ਜ਼ਕਰੀਆ ਖਾਨ ਦਿੱਤੀ ਸੀ। ਕਦੋਂ ਦਿੱਤੀ ਸੀ? ਤਾਂ 1733 ਈਸਵੀ ਵਿੱਚ ਦਿੱਤੀ ਸੀ। ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 4, 1738 ਈਸਵੀ ਵਿੱਚ। 1738 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ ਜੀ। ਇਸ ਤੋਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਨਾਦਰ ਸ਼ਾਹ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 4, 1739 ਈਸਵੀ ਵਿੱਚ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਮੱਸਾ ਰੰਗੜ ਕੌਣ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 1, ਪਿੰਡ ਮੰਡਿਆਲਾ ਦਾ ਚੌਧਰੀ ਸੀ ਮੱਸਾ ਰੰਗੜ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਬਾਲ ਹਕੀਕਤ ਰਾਏ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? ਤਾਂ ਇਹਦਾ ਸਹੀ ਆਨਸਰ ਹੋਵੇਗਾ 1742 ਈਸਵੀ ਵਿੱਚ ਬਾਲ ਹਕੀਕਤ ਰਾਏ ਜੀ ਨੂੰ ਸ਼ਹੀਦ ਕੀਤਾ ਗਿਆ। ਆਪਸ਼ਨ ਨੰਬਰ 4। ਠੀਕ ਹੈ ਜੀ। ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਜ਼ਕਰੀਆ ਖਾਨ ਦੀ ਮੌਤ ਕਦੋਂ ਹੋਈ ਸੀ? ਤਾਂ ਇਹਦਾ ਸਹੀ ਆਨਸਰ ਹੋਗਾ 1745 ਈਸਵੀ ਵਿੱਚ ਜ਼ਕਰੀਆ ਖਾਨ ਦੀ ਮੌਤ ਹੋਈ ਸੀ। 1745 ਈਸਵੀ ਵਿੱਚ ਜ਼ਕਰੀਆ ਖਾਨ ਦੀ ਮੌਤ ਹੋਈ ਸੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਪਹਿਲਾ ਘੱਲੂਘਾਰਾ ਜਾਂ ਛੋਟਾ ਘੱਲੂਘਾਰਾ ਕਿੱਥੇ ਹੋਇਆ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 1, ਕਾਹਨੂੰਵਾਨ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਹੋਇਆ ਸੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਪਹਿਲਾ ਜਾਂ ਛੋਟਾ ਘੱਲੂਘਾਰਾ ਕਦੋਂ ਵਾਪਰਿਆ ਸੀ? ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 4, 1746 ਈਸਵੀ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਵਾਪਰਿਆ ਸੀ। ਉਦੋਂ ਪੰਜਾਬ ਦਾ ਸੂਬੇਦਾਰ ਕੌਣ ਸੀ? ਤਾਂ ਯਹੀਆ ਖਾਂ ਪੰਜਾਬ ਦਾ ਸੂਬੇਦਾਰ ਸੀ। ਇਹ ਵੀ ਤੁਸੀਂ ਯਾਦ ਰੱਖਣਾ, ਯਹੀਆ ਖਾਂ ਪੰਜਾਬ ਦਾ ਸੂਬੇਦਾਰ ਸੀ। ਠੀਕ ਹੈ ਜੀ। ਯਹੀਆ ਖਾਂ ਦੇ ਸ਼ਾਸਨ ਕਾਲ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਹੋਇਆ ਸੀ। ਮੀਰ ਮੰਨੂ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ? ਤਾਂ ਇਸਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 1, 1748 ਈਸਵੀ ਵਿੱਚ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਬਣਿਆ। ਆਪਸ਼ਨ ਨੰਬਰ 1। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਅਦੀਨਾ ਵੇਗ ਕੌਣ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 3, ਜਲੰਧਰ ਦੁਆਬ ਦਾ ਫੌਜਦਾਰ ਸੀ ਅਦੀਨਾ ਵੇਗ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਸਾਡੇ, ਮੀਰ ਮੰਨੂ ਦੀ ਮੌਤ ਕਦੋਂ ਹੋਈ ਸੀ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 4, 1753 ਈਸਵੀ ਵਿੱਚ ਮੀਰ ਮੰਨੂ ਦੀ ਮੌਤ ਹੋਈ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮੀਰ ਮੰਨੂ ਸਿੱਖਾਂ ਵਿਰੁੱਧ ਕਿਉਂ ਅਸਫਲ ਰਿਹਾ? ਤਾਂ ਇਸਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 4, ਉੱਪਰ ਲਿਖੇ ਸਾਰੇ। ਮਤਲਬ ਕਿ ਅਦੀਨਾ ਵੇਗ ਦੀ ਜੋ ਦੋ ਰੰਗੀ ਨੀਤੀ ਸੀ ਉਸ ਦੇ ਕਾਰਨ, ਅਤੇ ਉਸ ਤੋਂ ਬਾਅਦ ਸਿੱਖਾਂ ਦੀ ਜੋ ਗੁਰੀਲਾ ਯੁੱਧ ਪ੍ਰਣਾਲੀ ਸੀ ਉਸ ਦੇ ਕਾਰਨ, ਅਤੇ ਮੀਰ ਮੰਨੂ ਦੇ ਜੋ ਪੰਜਾਬੀਆਂ 'ਤੇ ਅਤਿਆਚਾਰ ਸੀ, ਇਹਨਾਂ ਤਿੰਨਾਂ ਦੇ ਕਾਰਨ ਮੀਰ ਮੰਨੂ ਸਿੱਖਾਂ ਵਿਰੁੱਧ ਅਸਫਲ ਰਿਹਾ ਸੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਮੁਗਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਕਦੋਂ ਬਣੀ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 3, 1753 ਈਸਵੀ ਵਿੱਚ ਜੋ ਮੁਗਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ ਸੀ। ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਪੰਜਾਬ ਵਿੱਚ ਸਥਾਪਿਤ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ 12। ਠੀਕ ਹੈ ਜੀ। 1734 ਤੋਂ ਬਾਅਦ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਤੋਂ ਬਾਅਦ 1748 ਈਸਵੀ ਵਿੱਚ, ਠੀਕ ਹੈ ਜੀ, ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਅਤੇ ਸਿੱਖਾਂ ਨੂੰ 12 ਮਿਸਲਾਂ ਵਿੱਚ ਵੰਡਿਆ ਗਿਆ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ, 1748 ਈਸਵੀ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮਿਸਲਾਂ ਦੀ ਸਥਾਪਨਾ ਹੋਈ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ, ਨਵਾਬ ਕਪੂਰ ਸਿੰਘ ਕੌਣ ਸੀ?
ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਨੰਬਰ 1 ਫੈਜ਼ਲਪੁਰੀਆ ਮਿਸਲ ਦਾ ਮੋਢੀ। ਫੈਜ਼ਲਪੁਰੀਆ ਮਿਸਲ ਦਾ ਮੋਢੀ ਕੌਣ ਸੀ? ਤਾਂ ਨਵਾਬ ਕਪੂਰ ਸਿੰਘ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਆਹਲੂਵਾਲੀਆ ਮਿਸਲ ਦਾ ਮੋਢੀ ਕੌਣ ਸੀ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 1 ਜੱਸਾ ਸਿੰਘ। ਜੱਸਾ ਸਿੰਘ ਆਹਲੂਵਾਲੀਆ ਮਿਸਲ ਦਾ ਮੋਢੀ ਸੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਆਹਲੂਵਾਲੀਆ ਮਿਸਲ ਦੀ ਰਾਜਧਾਨੀ ਕਿਹੜੀ ਸੀ? ਤਾਂ ਇਹਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 2 ਕਪੂਰਥਲਾ। ਕਪੂਰਥਲਾ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਰਾਮਗੜੀਆ ਮਿਸਲ ਦਾ ਮੋਢੀ ਕੌਣ ਸੀ? ਤਾਂ ਇਹਦਾ ਸਹੀ ਆਨਸਰ ਹੋਗਾ ਜੱਸਾ ਸਿੰਘ ਰਾਮਗੜੀਆ ਮਿਸਲ ਦਾ ਮੋਢੀ ਸੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਰਾਮਗੜੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਕਿਹੜਾ ਸੀ? ਤਾਂ ਇਸਦਾ ਸਹੀ ਆਨਸਰ ਹੋਊਗਾ ਆਪਸ਼ਨ ਨੰਬਰ 1 ਜੱਸਾ ਸਿੰਘ ਰਾਮਗੜੀਆ। ਠੀਕ ਹੈ ਜੀ। ਉਸ ਤੋਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਰਾਮਗੜੀਆ ਮਿਸਲ ਦੀ ਰਾਜਧਾਨੀ ਦਾ ਨਾਂ ਕੀ ਸੀ? ਤਾਂ ਇਸਦਾ ਸਹੀ ਆਨਸਰ ਹੋਊਗਾ ਆਪਸ਼ਨ ਨੰਬਰ 2 ਸ਼੍ਰੀ ਹਰਗੋਬਿੰਦਪੁਰਾ ਰਾਮਗੜੀਆ ਮਿਸਲ ਦੀ ਰਾਜਧਾਨੀ ਸੀ। ਠੀਕ ਹੈ ਜੀ। ਉਸ ਤੋਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਭੰਗੀ ਮਿਸਲ ਦਾ ਸੰਸਥਾਪਕ ਕੌਣ ਸੀ? ਤਾਂ ਇਹਦਾ ਸਹੀ ਆਨਸਰ ਹੋਗਾ ਆਪਸ਼ਨ ਨੰਬਰ 3 ਛੱਜਾ ਸਿੰਘ। ਛੱਜਾ ਸਿੰਘ ਭੰਗੀ ਮਿਸਲ ਦਾ ਸੰਸਥਾਪਕ ਸੀ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਅਗਲੇ ਪ੍ਰਸ਼ਨ ਦੀ, ਭੰਗੀ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ? ਠੀਕ ਹੈ ਜੀ। ਤਾਂ ਇਸਦਾ ਸਹੀ ਆਨਸਰ ਹੋਵੇਗਾ ਆਪਸ਼ਨ ਨੰਬਰ 2 ਝੰਡਾ ਸਿੰਘ। ਝੰਡਾ ਸਿੰਘ ਭੰਗੀ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਸੀ। ਠੀਕ ਹੈ ਜੀ। ਇੱਥੇ ਸਾਡੇ ਅੱਜ ਦੇ ਟੋਪ 30 MCQs ਜੋ ਕਿ ਪੰਜਾਬ ਹਿਸਟਰੀ ਨਾਲ ਸੰਬੰਧਿਤ ਹਨ ਉਹ ਪੂਰੇ ਹੁੰਦੇ ਹਨ। ਠੀਕ ਹੈ ਜੀ। ਅਤੇ ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਠੀਕ ਹੈ ਜੀ। ਅਤੇ ਜੇਕਰ ਤੁਸੀਂ ਇਸ ਤੋਂ ਪਹਿਲਾਂ ਦੀਆਂ ਕਲਾਸਾਂ ਨਹੀਂ ਦੇਖੀਆਂ ਤਾਂ ਮੈਂ ਇਸ ਤੋਂ ਪਹਿਲਾਂ ਦੀ ਕਲਾਸਾਂ ਦੀ ਪਲੇਲਿਸਟ ਆਈ ਬਟਨ 'ਤੇ ਪਾ ਦੇਵਾਂਗਾ। ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਇਸ ਤੋਂ ਪਹਿਲਾਂ ਦੀਆਂ ਕਲਾਸਾਂ ਵੀ ਦੇਖ ਸਕਦੇ ਹੋ। ਅਤੇ ਅੱਜ ਦੀ ਇਹ ਕਲਾਸ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।